ਸਿੱਖਾਂ ਤੇ ਮੁਸਲਮਾਨਾਂ ਦਾ ਜ਼ਵਾਲ ਇੱਕੋ ਵੇਲੇ ਸ਼ੁਰੂ ਹੋਇਆ ਸੀ। ਬਹਾਦਰ ਸ਼ਾਹ ਜ਼ਫਰ ਦੇ ਦੌਰ ਦੇ ਵਿੱਚ ਮੁਗਲਿਆ ਸਲਤਨਤ ਦੀ ਰਿਆਸਤ ਪਟਿਆਲਾ ਸੀ। ਪਟਿਆਲਾ ਦੇ ਉਸ ਵਕਤ ਦੇ ਰਈਸ ਦੇ ਚਾਚਾ ਜੀ, ਜਿਨ੍ਹਾਂ ਦਾ ਨਾਮ ਰਾਜਾ ਰਣਜੀਤ ਸਿੰਘ ਸੀ, ਉਹਨਾਂ ਦੀ ਵਿਰਾਸਤ ਜਿਹੜੀ ਕਿ ਜਾਗੀਰ ਉਹਨਾਂ ਦੀ ਜ਼ਾਤੀ ਸੀ, ਉਹ ਕੋਈ 1.5-2 ਲੱਖ ਦੀ ਸੀ। ਉਹ ਦਿੱਲੀ ਦੀ ਐਸ਼ੋ ਇਸ਼ਰਤ ਦੇ ਵਿੱਚ ਇਸ ਕਦਰ ਮਰਗੂਬ ਹੋ ਗਏ ਕਿ ਦੁਬਾਰਾ ਪਟਿਆਲਾ ਜਾਣ ਦਾ ਕਦੀ ਸੋਚਿਆ ਹੀ ਨਹੀਂ। ਤੇ ਦਿੱਲੀ ਦੇ ਅੰਦਰ ਉਹ ਸਦਾ ਆਪਣੀ ਮਹਿਫਲਾਂ ਤੇ ਦਰਬਾਰਾਂ ਨੂੰ ਰੌਣਕ ਦਿੰਦੇ ਰਹਿੰਦੇ। ਮਹਿਫਲਾਂ ਦੇ ਇੰਨੇ ਦਾਈ ਸੀ ਕਿ ਉਹਨਾਂ ਦੇ ਕੋਲ ਕੋਈ ਅਗਰ ਸ਼ਾਇਰ ਇੱਕ ਦਫਾ ਸ਼ੇਰ ਸੁਣਾਉਣ ਆ ਜਾਂਦਾ ਤੇ ਇਸ ਕਦਰ ਦਿਲ ਖੋਲ ਕੇ ਦਾਤ ਦਿੰਦੇ ਤੇ ਨਾਲ ਉਹਦੀ ਹੌਸਲਾ ਅਫਜ਼ਾਈ ਕਰਦੇ ਕਿ ਸਾਰਾ ਸਾਲ ਉਹ ਜਨਾਬ ਦੀ ਮਹਿਫਲ ਦੀ ਜਾਨ ਨਾ ਛੱਡਦਾ। ਉਹਨਾਂ ਦਾ ਅਹਵਾਲ ਦੇ ਹਵਾਲੇ ਨਾਲ ਜ਼ਹੀਰੁੱਦੀਨ ਦਹਿਲਵੀ ਨੇ ਆਪਣੀਆਂ ਅੱਖਾਂ ਦੇਖਿਆ। ਜੋ ਹਵਾਲ ਦੇਖਿਆ ਉਹ ਕੁਝ ਇਸ ਤਰ੍ਹਾਂ ਹੈ ਕਿ ਰਾਜਾ ਸਾਹਿਬ ਦੀ ਜਾਗੀਰ ਦੀ ਆਮਦਨੀ ਸਾਲ ਵਿੱਚ ਇੱਕ ਦਫਾ ਆਉਂਦੀ ਤੇ ਜਦੋਂ ਉਹਨਾਂ ਦੇ ਕੋਲ ਪੈਸੇ ਆ ਜਾਂਦੇ ਤੇ ਉਹ ਆਪਣੇ ਘਰ ਦੀਆਂ ਸਾਰੀਆਂ ਚੀਜ਼ਾਂ ਉਹਨਾਂ ਪੈਸਿਆਂ ਨਾਲ ਦੁਬਾਰਾ ਖਰੀਦਦੇ। ਉਹਨਾਂ ਦੇ ਵਿੱਚ ਉਹ ਘਰ ਦਾ ਫਰਨੀਚਰ ਵੀ ਹੁੰਦਾ, ਉਹਨਾਂ ਦੇ ਸ਼ੀਸ਼ੇ ਦੇ ਨਾਲ ਜੁੜੀਆਂ ਚੀਜ਼ਾਂ ਜਿਨ੍ਹਾਂ 'ਚ ਫਾਨੂਸ ਵਗੈਰਾ ਹੁੰਦੇ ਨੇ, ਉਹਨਾਂ ਦੇ ਕੋਲ ਜਿਹੜੀ ਬੱਗੀ ਹੁੰਦੀ ਉਹ ਵੀ ਉਹ ਨਵੀਂ ਖਰੀਦਦੇ। ਇੱਥੇ ਤੱਕ ਕਿ ਉਹ ਆਪਣੇ ਤਨ ਦੇ ਉੱਤੇ ਪਾਉਣ ਵਾਲੇ ਕੱਪੜੇ ਤੇ ਆਪਣੇ ਦਰਬਾਰੀ ਉਹਨਾਂ ਦੇ ਦੋਸਤ ਅਹਬਾਬਾਂ ਦੇ ਕੱਪੜੇ ਵੀ ਉਹ ਉਸੇ ਟਾਈਮ ਖਰੀਦਦੇ। ਰਾਜਾ ਸਾਹਿਬ ਖੁਦ ਵੀ ਪੋਸ਼ਾਕ ਆਲਾ ਜ਼ਰਫ ਪਹਿਨਦੇ ਤੇ ਆਪਣੇ ਅਹਿਬਾਬ ਨੂੰ ਵੀ ਖੁਸ਼ ਲਿਬਾਸ ਦੇਖਣਾ ਪਸੰਦ ਕਰਦੇ ਸੀ। ਰਾਜਾ ਸਾਹਿਬ ਦੇ ਜਿਹੜੇ ਚਾਹਵੇਂ ਵਾਲੇ ਸੀ, ਜਿਹੜੇ ਉਹਨਾਂ ਦੇ ਨਾਲ ਉਹਨਾਂ ਦਾ ਦਰਬਾਰ ਸਜਾਉਂਦੇ, ਉਹਨਾਂ ਦੀ ਤਾਦਾਦ ਕੋਈ ਲਗਭਗ 20 ਤੋਂ 25 ਅਫਰਾਦ ਦੇ ਉੱਤੇ ਹੁੰਦੀ। ਤੇ ਥਾਨਾਂ ਦੇ ਥਾਨ ਰੰਗ ਬਰੰਗੇ ਕੱਪੜੇ ਆ ਰਹੇ ਨੇ ਤੇ ਦਰਜੀ ਬੈਠ ਕੇ ਉਹ ਸੀ ਰਹੇ ਨੇ। 4-4 6-6 ਸੂਟ ਹਰ ਦਰਬਾਰੀ ਨੂੰ ਅਨਾਇਤ ਕੀਤੇ ਜਾ ਰਹੇ ਨੇ। ਦੂਜੇ ਬੰਨੇ ਰਾਜਾ ਸਾਹਿਬ ਘਰ ਦਾ ਫਰਨੀਚਰ ਵੀ ਨਵਾਂ ਖਰੀਦਦੇ ਨੇ। ਰਾਜਾ ਸਾਹਿਬ ਇਸ ਕਦਰ ਦਿਲ ਦੇ ਗਨੀ ਸੀ ਕਿ ਕੋਈ ਵੀ ਆ ਕੇ ਉਹਨਾਂ ਕੋਲੋਂ ਕੋਈ ਸਵਾਲ ਕਰਦਾ ਤੇ ਅੱਖਾਂ ਬੰਦ ਕਰਕੇ ਉਹਦੀ ਹਾਜਤ ਪੂਰੀ ਕਰ ਦਿੰਦੇ। ਤੇ ਮਹਿਫਲਾਂ ਦੀਆਂ ਰੌਣਕ ਬਣਾਉਣ ਵਾਲੀਆਂ ਇਹਨਾਂ ਤਵਾਇਫਾਂ ਨੂੰ ਦਿਲ ਖੋਲ ਕੇ ਪੈਸੇ ਦਿੰਦੇ ਤੇ ਮੈਂ ਦੀਆਂ ਮਹਿਫਲਾਂ ਕਦੀ ਨਾ ਖਤਮ ਹੁੰਦੀਆਂ। ਜਿਹੜੇ ਅੱਛੇ ਸ਼ੋਰਾ ਸੀ ਉਹਨਾਂ ਨੂੰ ਦਾਦ ਇਸ ਕਦਰ ਦਿੰਦੇ ਕਿ ਉਹਨਾਂ ਦੀ ਦਾਤ ਦੇਣ ਤੋਂ ਬਾਅਦ ਉਹ ਉਹਨਾਂ ਦਾ ਦਰਬਾਰ ਛੱਡਣਾ ਪਸੰਦ ਹੀ ਨਾ ਕਰਦੇ। ਤੇ ਰਾਜਾ ਸਾਹਿਬ ਦਾ ਦਾਤ ਦੇਣ ਦਾ ਇਹ ਹਾਲ ਸੀ ਕਿ ਉਹ ਸਭ ਤੋਂ ਪਹਿਲੇ ਤੇ ਜਿਹੜੀ ਜਾਗੀਰ ਦੀ ਉਹਨਾਂ ਨੂੰ ਰਕਮ ਮਿਲਦੀ ਸਾਲ ਬਾਅਦ, ਉਹਨਾਂ ਜਿਹੜਾ ਸਮਾਨ ਖਰੀਦ ਤੋਂ ਬਾਅਦ ਉਹਨਾਂ ਦੇ ਕੋਲ ਜ਼ਰ ਰਕਮ ਬਚਦੀ ਉਹ ਦਾਤ ਦੇਣੀ ਸ਼ੁਰੂ ਕਰ ਦਿੰਦੇ। ਤੇ ਜਿਹਨੂੰ ਰਕਮ ਮੁੱਕ ਜਾਂਦੀ ਤੇ ਉਹ ਆਪਣੇ ਘਰ ਦੀਆਂ ਚੀਜ਼ਾਂ ਦਾਤ ਦੇ ਵਿੱਚ ਦੇਣੀਆਂ ਸ਼ੁਰੂ ਕਰ ਦਿੰਦੇ। ਕਦੀ ਫਰਨੀਚਰ ਦੀ ਕੋਈ ਚੀਜ਼ ਦੇ ਦਿੰਦੇ, ਕਦੀ ਘਰ ਦੇ ਪਰਦੇ ਦੇ ਦਿੰਦੇ, ਕਦੀ ਆਲਾ ਜ਼ਰਫ ਦੇ ਬਰਤਨ ਦੇ ਦਿੰਦੇ। ਹੱਤਾ ਕਿ ਦਿੰਦੇ ਰਾਜਾ ਸਾਹਿਬ ਤਨ ਦੇ ਅੱਛੇ ਕੱਪੜੇ ਵੀ ਦਾਤ ਦੇ ਵਿੱਚ ਦੇ ਦਿੰਦੇ ਤੇ ਇੱਕ ਕੁੜਤਾ ਸਲਵਾਰ ਤੇ ਇੱਕ ਚੱਦਰ ਲੈ ਕੇ ਬਹਿ ਜਾਂਦੇ ਤੇ ਕਹਿੰਦੇ ਸਾਡਾ ਕੀ ਏ, ਅਸੀਂ ਤੇ ਫਕੀਰ ਆ, ਤੇ ਫਕੀਰੀ ਚੋਲਾ ਪਹਿਨ ਲੈਂਦੇ। ਤੇ ਉਸ ਤੋਂ ਬਾਅਦ ਰਾਜਾ ਸਾਹਿਬ ਦਿੱਲੀ ਦੇ ਮੁਖਤਲਿਫ ਜ਼ਰਾਏ ਤੋਂ ਪੈਸੇ ਉਧਾਰ ਲੈ ਕੇ ਮਹਿਫਲ ਨਾ ਰੋਕਦੇ ਤੇ ਮਹਿਫਲਾਂ ਤੋਰੀ ਰੱਖਦੇ ਔਰ ਇਹਨਾਂ ਪੈਸਿਆਂ ਦੇ ਨਾਲ ਨਾਲ ਕਰਜ਼ਾ ਉਹਨਾਂ ਦੇ ਉੱਤੇ ਵੱਧਦਾ ਜਾਂਦਾ ਤੇ ਮਸਾਇਲ ਇਸ ਹੱਦ ਤੱਕ ਬੁਰੇ ਹੋ ਜਾਂਦੇ ਕਿ ਲੋਕ ਉਹਨਾਂ ਦੇ ਖਿਲਾਫ ਕੁਰਕੀ ਦਾ ਆਰਡਰ ਲੈ ਆਉਂਦੇ। ਇਹ ਗੱਲ ਜਿਹਨੂੰ ਪਿੱਛੇ ਪਟਿਆਲਾ 'ਚ ਰਈਸ ਸਾਹਿਬ ਦੇ ਕੋਲ ਪਹੁੰਚਦੀ ਤੇ ਹਵਾਲੇ ਦੇ ਨਾਲ ਕਿ ਉਹਨਾਂ ਦੇ ਉਹ ਚਾਚਾ ਜੀ ਨੇ ਮਾਰੇ ਸ਼ਰਮ ਦੇ ਉਹ ਆਰਡਰ ਦਿੰਦੇ ਔਰ ਖਜ਼ਾਨੇ ਤੋਂ ਉਹ ਕਰਜ਼ਾ ਉਤਾਰ ਦਿੱਤਾ ਜਾਂਦਾ। ਨਾ ਸਿਰਫ ਕਰਜ਼ਾ ਉਤਾਰ ਦਿੱਤਾ ਜਾਂਦਾ ਬਲਕਿ ਉਹ ਆਪਣੇ ਚਾਚਾ ਜੀ ਵਾਸਤੇ ਉੱਥੋਂ ਅੱਛੀ ਖਾਸੀ ਰਕਮ ਤੇ ਨਾਲ ਮਾਲ ਸਵਾਬ ਭੇਜਦੇ ਤੇ ਨਸੀਹਤ ਕਰਦੇ ਉਹਨਾਂ ਦੇ ਦਰਬਾਰੀਆਂ ਨੂੰ ਕਿ ਹੁਣ ਅਗਰ ਇਹਨਾਂ ਨੇ ਘਰ ਦਾ ਸਮਾਨ ਜਾਂ ਦਿੱਤੀਆਂ ਹੋਈਆਂ ਸਵਾਰੀਆਂ ਜਿਨ੍ਹਾਂ 'ਚ ਘੋੜੇ ਅੱਛੀ ਨਸਲ ਦੇ ਹੁੰਦੇ ਕਿਸੇ ਨੂੰ ਦਾਤ ਦਿੱਤੀ
ਤੇ ਦਰਬਾਰੀਆਂ ਦਾ ਰੋਟੀ ਪਾਣੀ ਬੰਦ ਹੋ ਜਾਏਗਾ। ਰਾਜਾ ਸਾਹਿਬ ਦਿਲ ਦੇ ਗਨੀ ਸੀਗੇ। ਉਹ ਕਿੱਥੋਂ ਬਾਅਦ ਆਉਂਦੇ, ਇਹ ਉਹਨਾਂ ਦੇ ਹਰ ਦੂਸਰੇ ਸਾਲ ਦਾ ਮੁਸ਼ਕਲਾ ਸੀ ਕਿ ਸਭ ਕੁਝ ਲਟਾ ਦਿੰਦੇ। ਲੇਕਿਨ ਇਸ ਦਫਾ ਰਈਸੇ ਪਟਿਆਲਾ ਨੇ ਉਹਨਾਂ ਵਾਸਤੇ 3000 ਦਾ ਆਲਾ ਨਸਲ ਦਾ ਘੋੜਾ ਭੇਜਿਆ ਸੀ ਔਰ ਉਹਦੇ ਉੱਤੇ ਬੜੀ ਤਾਕੀਦ ਕੀਤੀ, ਇਹ ਦਾਤ ਦੀ ਸੂਰਤ 'ਚ ਕਿਸੇ ਦੇ ਉੱਤੇ ਨਿਸ਼ਾਵਰ ਨਾ ਕਰ ਦਿੱਤਾ ਜਾਵੇ। ਤੇ ਇੱਕ ਵਾਕਿਆ ਜਿਹੜਾ ਉਸ ਵਕਤ ਉਹਨਾਂ ਨੇ ਅੱਖੀ ਦੇਖਿਆ, ਕੰਨੀ ਸੁਣਿਆ ਕਿ ਰਾਜਾ ਸਾਹਿਬ ਕਿਸੇ ਘੋੜੇ ਤੇ ਆ ਰਹੇ ਸੀ ਤੇ ਘੋੜਾ ਇਹ ਉਹੀ ਸੀ ਜਿਹੜਾ 3000 ਰੁਪਏ ਦੇ ਉੱਤੇ ਉਹਨਾਂ ਦੇ ਭਤੀਜਾ ਜੀ ਨੇ ਖਰੀਦ ਕੇ ਉਹਨਾਂ ਨੂੰ ਤੋਹਫਾ ਹੀ ਦਿੱਤਾ ਤਾਂ ਕਿ ਪਟਿਆਲਾ ਦੀ ਰਿਆਸਤ ਦੇ ਉੱਤੇ ਕੋਈ ਦਾਗ ਨਾ ਲੱਗੇ, ਚੰਗੀ ਸਵਾਰੀ ਉਹਨਾਂ ਦੇ ਚਾਚਾ ਜੀ ਇਸਤੇਮਾਲ ਕਰਨ। ਰਸਤੇ 'ਚ ਉਹਨਾਂ ਨੂੰ ਇੱਕ ਫਕੀਰ ਮਿਲਿਆ ਤੇ ਫਕੀਰ ਨੇ ਕਿਹਾ, ਰਾਜਾ ਸਾਹਿਬ ਤੁਹਾਡਾ ਨਾਂ ਤੇ ਮੈਂ ਸੁਣ ਕੇ ਬੜੀ ਦੂਰੋਂ ਆਇਆ, ਮੈਨੂੰ ਇੱਕ ਆਸ ਹੈ ਤੇ ਮੈਂ ਉਹ ਤੁਹਾਡੇ ਨਾਲ ਅਰਜ਼ ਕਰਨਾ ਚਾਹੁੰਦਾ ਤੇ ਮੈਨੂੰ ਡਰ ਹੈ ਕਿ ਤੁਸੀਂ ਮੇਰੀ ਗੱਲ ਸੁਣ ਕੇ ਗੁੱਸਾ ਹੀ ਨਾ ਕਰ ਜਾਓ। ਰਾਜਾ ਸਾਹਿਬ ਨੂੰ ਕਿਉਂਕਿ ਆਪਣੀ ਇੱਜ਼ਤ ਵਕਾਰ ਬੜੀ ਅਹਿਮ ਸੀਗੀ, ਉਹਨਾਂ ਨੇ ਕਿਹਾ ਸਵਾਲ ਕਰ ਤੂੰ। ਉਹਨਾਂ ਨੇ ਕਿਹਾ ਜੀ ਇਹ ਘੋੜਾ ਮੈਨੂੰ ਤੁਸੀਂ ਰੱਬ ਦੀ ਰਾਜ ਦੇ ਦਿਓ। ਉਹਨਾਂ ਨੇ ਕਿਹਾ ਮੈਂ ਤੇ ਡਰ ਗਿਆ ਕਿ ਤੂੰ ਵੱਡਾ ਸਵਾਲ ਕਰੇਗਾ ਜਿਹੜਾ ਮੈਂ ਪੂਰਾ ਨਹੀਂ ਕਰ ਸਕਦਾ, ਲੈ ਫੜ ਘੋੜਾ ਤੇ ਜਾ ਆਪਣੇ ਕੰਮ ਨੂੰ ਜਾ। ਤੇ ਰਾਜਾ ਸਾਹਿਬ ਪੈਦਲ ਚੜ ਕੇ ਜਦੋਂ ਘਰ ਆਏ ਨੇ ਤੇ ਉਹਨਾਂ ਦੇ ਦਰਬਾਰੀਆਂ ਨੇ ਦੇਖਿਆ ਕਿ ਰਾਜਾ ਸਾਹਿਬ ਅੱਜ ਪੈਦਲ ਨੇ ਤੇ ਉਹ ਜਾਣ ਗਏ ਕਿ ਇਹ ਜਾਂ ਤੇ ਕੋਈ ਚੰਗਾ ਸ਼ੇਰ ਸੁਣ ਕੇ ਦੇ ਆਏ ਨੇ ਤੇ ਜਾਂ ਕਿਸੇ ਦੀ ਕੋਈ ਫਰਿਆਦ ਦੇ ਉੱਤੇ ਦਰਿਆ ਦਿਲੀ ਦਿਖਾਏ ਨੇ। ਉਹਨਾਂ ਨੇ ਪੁੱਛਿਆ ਰਾਜਾ ਸਾਹਿਬ ਘੋੜਾ ਕਿੱਥੇ ਆ? ਉਹਨਾਂ ਨੇ ਕਿਹਾ ਪਿਛਲੇ ਬਾਜ਼ਾਰ 'ਚ ਇੱਕ ਫਕੀਰ ਮਿਲਿਆ ਸੀ, ਉਹਨੇ ਮੈਨੂੰ ਵਾਸਤਾ ਦਿੱਤਾ ਤੇ ਮੈਂ ਘੋੜਾ ਦੇ ਛੱਡਿਆ ਉਹਨੂੰ। ਉਹਨਾਂ ਦੀ ਜਿਹੜੀ ਇਹ ਗੱਲ ਸੁਣੀ ਹੈ ਜਿਹਨੂੰ ਤੇ ਉਹਨਾਂ ਦੇ ਦਰਬਾਰੀਆਂ ਨੂੰ ਤੇ ਆਪਣੇ ਲਾਲੇ ਪੈ ਗਏ ਕਿ ਘੋੜਾ ਜੇ ਚਲਾ ਗਿਆ ਤੇ ਰਈਸੇ ਪਟਿਆਲਾ ਨੇ ਸਾਨੂੰ ਪੁੱਛਣਾ ਹੈ ਔਰ ਸਾਡੀ ਕਦਰ ਨਹੀਂ ਹੋਣੀ ਤੇ ਸਾਡੀ ਰੋਟੀ ਪਾਣੀ ਬੰਦ ਹੋ ਜਾਣੀ ਹੈ। ਉਹ ਭੱਜ ਕੇ ਗਏ ਨੇ ਤੇ ਜਾ ਕੇ ਉਸ ਫਕੀਰ ਦੇ ਨਾਲ ਮੁੱਲ ਕਰਕੇ 1000 ਰੁਪਏ 'ਚੋਂ ਘੋੜਾ ਮੋੜ ਲਿਆਏ ਨੇ ਤੇ 1000 ਉਹਨੂੰ ਦੇ ਆਏ ਨੇ ਤੇ ਲਿਆ ਕੇ ਦਰਬਾਰ 'ਚ ਰਾਜਾ ਸਾਹਿਬ ਦੇ ਬੰਨ੍ਹ ਦਿੱਤਾ। ਤੇ ਰਾਜਾ ਸਾਹਿਬ ਨੂੰ ਦੱਸਿਆ ਜੀ ਘੋੜਾ ਤੇ ਲੈ ਆਇਆ ਤੇ ਤੁਹਾਡੇ ਅੱਗੇ ਮਿੰਨਤ ਵਾਲੀ ਗੱਲ ਹੈ, ਇਹ ਜਿਹੜੀ ਸਾਡੀ ਲక్ష్ਮੀ ਆਂਦੀ ਹੈ ਨਾ ਪਟਿਆਲਾ ਤੋਂ, ਇਹ ਰਾਹ ਨਾ ਬੰਦ ਕਰੋ, ਇਹ ਆਪਣੇ ਤਨ ਦੇ ਕੱਪੜੇ ਵੀ ਨਾ ਦਿਆ ਕਰੋ, ਉਹ ਜਿਹਨੋਂ ਪੈਸੇ ਮੁੱਕਣ ਪਿੱਛੋਂ ਮੰਗਾ ਲਿਆ ਕਰੋ, ਭੇਜਣ ਨੂੰ ਤਿਆਰ ਆ। ਤੇ ਇਹ ਜਿਹੜਾ ਫਕੀਰੀ ਝੋਲਾ ਤੁਸੀਂ ਪਾ ਕੇ ਉਹਨਾਂ ਦੀ ਤੇ ਸਾਡੀ ਬੇਇੱਜ਼ਤੀ ਕਰਦੇ ਹੋ ਨਾ, ਇਹ ਤੋਂ ਜ਼ਰਾ ਇਜਤਨਾਬ ਕਰੋ। ਤੇ ਉਸ ਘੋੜੇ ਦੇ ਹਵਾਲੇ ਨਾਲ ਜਿਹੜਾ ਅਗਲਾ ਵਾਕਿਆ ਹੋਇਆ, ਕੋਈ 6 ਮਾਹ ਨਹੀਂ ਲੰਘੇ, ਉਹਨਾਂ ਨੇ ਬੜਾ ਹੀ ਚੰਗਾ ਇੱਕ ਸ਼ੇਰ ਸੁਣਿਆ ਤੇ ਦਾਦ ਦਿੱਤੇ ਬਗੈਰ ਰਹਿ ਨਹੀਂ ਸੀ ਪਾ ਰਹੇ ਤੇ ਹੱਥ 'ਚ ਕੋਈ ਜ਼ਰਵ ਨਹੀਂ ਸੀ, ਨਾ ਹੀ ਕੋਈ ਨਗੀਨਾ, ਤੇ ਘੋੜੇ ਦੀ ਲਗਾਮ ਫੜਾ ਕੇ ਉਹਨੂੰ ਕਹਿੰਦੇ ਨੇ ਮੈਨੂੰ ਰੱਬ ਦੀ ਸਹੁੰ ਮੈਂ ਤੈਨੂੰ ਦੇਤਾ, ਹੁਣ ਮੈਂ ਤੇਰੇ ਤੋਂ ਵਾਪਸ ਮੁੜ ਕੇ ਨਹੀਂ ਲਵਾਂਗਾ ਤੇ ਨਾ ਹੀ ਮੇਰਾ ਕੋਈ ਬੰਦਾ ਲਵੇਗਾ। ਤੇ ਉਹ ਘੋੜਾ ਉਹਨਾਂ ਨੂੰ ਦੇ ਦਿੱਤਾ। ਹੁਕੂਮਤਾਂ ਵੀ ਇਸੇ ਤਰ੍ਹਾਂ ਇਹਨਾਂ ਸ਼ਹਿਜ਼ਾਦਿਆਂ ਨੇ ਦਿੱਤੀਆਂ ਸੀ। ਇਹ ਉਹ ਹਾਲਾਤ ਸੀਗੇ ਉਸ ਵਕਤ ਦੇ ਰਈਸਾਂ ਦੇ, ਅਜ਼ੀਜ਼ੋ ਅਕਾਰਬ ਦੇ, ਔਰ ਖੁਦ ਪਟਿਆਲੇ ਦੇ ਰਾਜਾ ਸਾਹਿਬ ਦਾ ਕੀ ਹਾਲ ਹੋਏਗਾ। ਔਰ ਇਹ ਰਿਆਸਤ ਪਟਿਆਲਾ ਜਿਹੜੀ ਸੀ ਸਲਤਨਤ ਮੁਗਲਿਆ ਦਾ ਹਿੱਸਾ ਸੀ ਤੇ ਇਹ 1897 ਦੇ ਇਰਦ ਗਿਰਦ ਦੀ ਗੱਲ ਹੈ। ਇਹ ਸਾਰੇ ਇਲਾਕੇ ਈਸਟ ਇੰਡੀਆ ਦੀ ਕਸਟਡੀ ਸੀ। ਫਿਰ ਅਸੀਂ ਆਖਦੇ ਹਾਂ ਕਿ ਸਾਡੇ ਨਾਲ ਗੋਰਿਆਂ ਨੇ ਜ਼ਿਆਦਤੀਆਂ ਕੀਤੀਆਂ, ਉਹ ਜ਼ਿਆਦਤੀਆਂ ਤੇ ਸਾਡੇ ਇਹਨਾਂ ਹੁਕਮਰਾਨਾਂ ਨੇ ਆਪਣੇ ਆਪ ਨਾਲ ਕੀਤੀਆਂ ਸੀ। ਵੇਖਦੇ ਰਹੋ ਵਾਰ TV।